कौन ठोको ताली चाहुंदा मैं इलैक्शन ना लड़ा? कि चन्नी साहब चाहुंदे कि मैं चन्नी हनी मनी की गल ना करा तां इलैक्शन ना लड़ा, इनू अंदर दे दिओ? कि रंधावा चाहुंदा कि मैं इलैक्शन ना लड़ा, उहदे इशारे ते रेड हुई है। जद सारी ओपन कोर्ट च ऑनलाइन जज साहिबाना कहता कि आई विल कंसिडर इट, रिटन ऑर्डर आया कोई नहीं 25 तरीक तक। 24 तरीक नूं मेरे घर रेड करन दी की लोड़ पै गई सी? मेरे वाइफ नूं, मेरे निक्के निक्के नियाणिਆਂ ਨੂੰ, मेरे मदर ਨੂੰ, माता जी ਨੂੰ ਜਿਹੜੇ 80 साल ਦੇ ਉਹਨਾਂ ਨੂੰ ਜਾ ਕੇ ਤੰਗ ਪਰੇਸ਼ਾਨ ਹਿਊਮਿਲੇਟ ਕਿਉਂ ਕੀਤਾ ਗਿਆ? ਸਿਰਫ ਇਸ ਲਈ ਕਿ ਇਹ ਕਾਗਜ਼ ਨਾ ਭਰ ਸਕੇ, ਇਲੈਕਸ਼ਨ ਨਾ ਲੜ ਸਕੇ। ਕੱਲ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਾ ਕੇ ਸ਼ਿਕਾਇਤ ਦਿੱਤੀ ਹੈ ਕਿ ਜਿਹੜੇ ਅਫਸਰ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਆ, ਹਾਈ ਕੋਰਟ ਦੀ ਆਰਡਰ ਦੇ ਕੰਟੈਂਪਟ ਕਰ ਰਹੇ ਆ, ਉਲੰਘਣਾ ਕਰ ਰਹੇ ਆ, ਇਲੈਕਸ਼ਨ ਕਮਿਸ਼ਨ ਕੀ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਊਗਾ ਕਿ ਮੌਨ ਵਰਤ ਤੇ ਰਹੂਗਾ? ਔਰ ਮੈਂ ਆਸ ਕਰਦਾ, ਉਮੀਦ ਕਰਦਾ ਰਾਜੂ ਸਾਹਿਬ ਕੋਲੋਂ, ਇਲੈਕਸ਼ਨ ਕਮਿਸ਼ਨ ਕੋਲੋਂ ਕਿ ਐਕਸ਼ਨ ਹੋਊਗਾ, क्योंकि कंटेम्प्ट ऑफ कोर्ट हुई है। और सिर्फ इसलिए हुई क्योंकि 25 ਨੂੰ मैं कागज दाखिल करने सी। इन्हां नूं ऐ हो गया कि ये तो इनू पहला ही फड़ लो, अंदर दे दिओ ते ना इलैक्शन लड़न जोगा रहे, ना ये कागज भरन जोगा रहे। ਤੁਹਾਡੀ ਇੱਕ ਪਾਸੇ ਭੈਣ ਜੀ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਕਿ ਜੇਕਰ ਮੇਰੇ ਭਰਾ ਨੇ ਕੋਈ ਇਹੋ ਜਿਹੀ ਸ਼ਮੂਲੀਅਤ ਉਹਦਾ ਕੱਖ ਨਾ ਰਵੇ। ਦੂਸਰੇ ਪਾਸੇ ਅੱਜ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਸਾਹਮਣੇ ਆਈ ਮੀਡੀਆ ਦੇ, ਉਹਨਾਂ ਨੇ ਕਿਹਾ ਕਿ ਮੈਂ 15 ਸਾਲ ਵੱਡੀ ਹਾਂ ਉਹਦੇ ਤੋਂ, ਪਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਰਵੱਈਆ ਉਹ ਪਰਿਵਾਰ ਪ੍ਰਤੀ ਬਹੁਤ ਗਲਤ ਰਿਹਾ। ਉਹਨਾਂ ਨੇ ਆਪਣੇ ਫਾਦਰ ਦੀ ਮੌਤ ਤੋਂ ਬਾਅਦ ਆਪਣੀ ਮਾਤਾ ਨੂੰ ਵੀ ਘਰੋਂ ਕੱਢ ਦਿੱਤਾ ਸੀ, ਉਹਨਾਂ ਨੇ ਗੱਲ ਕਹੀ ਹੈ। ਇਦਾਂ ਦੇ ਬਿਆਨ ਸਾਹਮਣੇ ਆਏ ਜੀ ਉਹਨਾਂ ਦੇ। ਦੇਖੋ ਮੈਂ ਹਾਲੇ ਨਾ ਮੈਂ ਈਸਟ 'ਚ ਜਾ ਕੇ ਕਰੂੰ ਇਹ ਟਿੱਪਣੀ ਨਾ, ਮੈਂ 37 ਨੰਬਰ ਤੁਸੀਂ ਖੜ ਜਾ ਯਾਰ ਗਗਨ ਜੀ, ਤੈਨੂੰ ਵੀ ਸੁਮਿਤ ਵਾਲੀਆਂ ਆਦਤਾਂ ਪੈ ਗਈਆਂ। ਇਹ ਦੇਖੋ ਉਹ ਬੰਦਾ ਕਿਹੇ ਜਾ ਨਹੀਂ, ਇਹ ਗੱਲ ਦਾ ਜਵਾਬ ਮੈਂ ਉੱਥੇ ਦੂੰ ਕਿਉਂਕਿ ਉਹ ਬੰਦੇ ਨੇ ਹਰੇਕ ਨਾਲ ਹੀ ਧੋਖਾ ਕੀਤਾ। ਜਿਹੜਾ ਪਰਿਵਾਰ ਦਾ ਨਾ ਬਣ ਸਕਿਆ ਉਹ ਕਿਸੇ ਦਾ ਨਹੀਂ ਬਣ ਸਕਦਾ। ਔਰ ਇਹੀ ਕੰਮ ਇਹ ਹਲਕੇ ਦੇ ਲੋਕਾਂ ਨੇ ਵੀ, ਉਹ ਇੱਕ ਦਿਨ ਦੀ ਪ੍ਰਚਾਰ ਲਈ ਆਉਂਦਾ ਸੀ ਇੱਥੇ, 1 ਰੁਪਈਆ ਨਹੀਂ ਇੱਥੇ ਉਹਦਾ ਖਰਚ ਹੋਣ ਦਿੱਤਾ। 2 ਰੈਲੀਆਂ ਨੂੰ ਸੰਬੋਧਨ ਕਰਦਾ ਸੀ, ਇੱਥੋਂ 20-22 ਹਜ਼ਾਰ ਤੋਂ ਜਿੱਤ ਕੇ ਜਾਂਦਾ ਸੀ। ਤੇ ਮੁੜ ਕੇ ਪੁੱਛਿਆ ਕਦੇ ਹਾਲ ਇਹਨਾਂ ਲੋਕਾਂ ਦਾ? ਔਰ ਹਾਲ ਤਾਂ ਕੀ ਪੁੱਛਣਾ ਸੀ, ਜੇ ਕੋਈ ਕੰਮ ਕਰਾਉਣ ਘਰੇ ਚਲੇ ਜਾਂਦਾ ਉਹਨੂੰ ਚਾਹ ਤੱਕ ਨੇ ਗੇਟ ਨਹੀਂ ਵੜਨ ਦਿੰਦੇ ਅੰਦਰ, ਚਾਹ ਤਾਂ ਦੂਰ ਦੀ ਗੱਲ ਹੈ। ਔਰ ਆ ਸਾਡੇ ਐਕਸ ਐਮਐਲਏ ਸਾਹਿਬ ਨੇ ਇਹ ਦੱਸ ਦੇਣਗੇ ਕੀ ਕਹਿੰਦਾ ਸੀ ਜੀ। ਉਹ ਕਹਿੰਦਾ ਸੀ ਵੀ ਏਡੀ ਵੱਡੀ ਲੀਡ ਜੋ ਮੈਨੂੰ ਬੇਕਰਵਾਉਂਦਾ ਹੈ, ਮੇਰੇ ਆਪਣੇ ਚੰਮ ਦੀਆਂ ਜੁੱਤੀਆਂ ਤੇਰਾ ਸਾਰੀ ਉਮਰ ਨਹੀਂ ਮਿਲਦੇ। ਬਹੁਤ ਵੱਡੀ ਗੱਲ ਕਹੀ ਸੀ। ਮੈਂ ਇੱਕ ਜਿਹੜੀ ਅਗਲੀ ਗੱਲ ਕਰਦਾ ਜੀ, ਜੇ ਆਨਰੇਬਲ ਸੁਪਰੀਮ ਕੋਰਟ 'ਚ ਵੀ ਕੀ ਹੋਇਆ ਵੇਖੋ, ਅਸੀਂ ਕਿਉਂਕਿ ਸਮਾਂ ਘੱਟ ਸੀ ਸਾਡੇ, ਇਹ ਬੜੀ ਗੱਲ ਸੁਣਨ ਵਾਲੀ ਹੈ। ਸਾਜ਼ਿਸ਼ ਵੇਖੋ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਕਿ ਇਲੈਕਸ਼ਨ ਨਾ ਲੜ ਸਕੇ। ਸੁਪਰੀਮ ਕੋਰਟ 'ਚ ਅਸੀਂ ਆਪ, ਸਾਡੇ ਜਿਹੜੇ ਸੀਨੀਅਰ ਐਡਵੋਕੇਟ ਸਾਹਿਬ ਨੇ ਮੁਕਲ ਰੋਹਤਗੀ ਜੀ, ਉਹ ਆਪ ਚੀਫ ਜਸਟਿਸ ਆਫ ਇੰਡੀਆ ਅੱਗੇ ਪੇਸ਼ ਹੋਏ ਕਿ ਸਾਡੀ ਇਹ ਅਰਜੈਂਸੀ ਹੈ, ਸਾਡੀ ਗੱਲ ਸੁਣੀ ਜਾਵੇ। ਹਾਲੇ ਤਾਂ ਸਾਨੂੰ ਨਹੀਂ ਪਤਾ ਸੀ ਸਾਡੀ ਗੱਲ ਸੁਣੀ ਜਾਣੀ ਹੈ ਨਹੀਂ ਸੁਣੀ ਜਾਣੀ। ਉਸ ਦਿਨ ਜੇ ਸੁਣੀ ਜਾਂਦੀ ਤੇ ਨੋਟਿਸ ਹੋਣਾ ਸੀ, ਮਗਰ ਚਿਦੰਬਰਮ ਸਾਹਿਬ ਐਡਵੋਕੇਟ ਜਨਰਲ ਪਹਿਲਾਂ ਹੀ ਆ ਕੇ ਉੱਥੇ ਬੈਠੇ ਔਰ ਉੱਥੇ ਉਹਨਾਂ ਨੂੰ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਔਰ ਚੀਫ ਜਸਟਿਸ ਆਫ ਇੰਡੀਆ ਵੀ ਸਾਹਿਬ ਹੈਰਾਨ ਹੋਏ ਕਿ ਹਾਲੇ ਤਾਂ ਮੈਂ ਕੇਸ ਦੀ ਨੋਟਿਸ ਵੀ ਨਹੀਂ ਕੀਤਾ ਤੇ ਤੁਸੀਂ ਐਡੇ ਕਾਲੇ ਤਰਲੋ ਮੱਛੀ ਕਿਉਂ ਹੋਏ ਹੋ? ਕਹਿਣ ਦਾ ਭਾਵ ਕਿ ਹਰ ਜਗ੍ਹਾ ਇਹ ਕੋਸ਼ਿਸ਼ ਸਰਕਾਰ ਵੱਲੋਂ ਹੋ ਰਹੀ ਹੈ ਕਿ ਇਲੈਕਸ਼ਨ ਨਾ ਲੜ ਸਕੇ। ਕੀ ਇਹ ਠੀਕ ਹੈ? ਕੀ ਇਹ ਲੋਕਤੰਤਰ ਦੇ ਹੱਕ 'ਚ ਹੈ? ਕੀ ਇਹ ਡਿਕਟੇਟਰਸ਼ਿਪ ਨਹੀਂ? ਮੈਨੂੰ ਲੱਗਦਾ ਜਿਹੜਾ ਇਮਰਾਨ ਖਾਨ ਨੂੰ ਪਾ ਜੱਫੀਆਂ ਕਿਤੇ ਪਾਕਿਸਤਾਨ ਦਾ ਅਸਰ ਹੋਇਆ ਕਿ ਵਿਰੋਧੀਆਂ ਨੂੰ ਇਲੈਕਸ਼ਨ ਨਹੀਂ ਲੜਨ ਦੇਣੀ, ਜਿਹੜੇ ਸਵਾਲ ਪੁੱਛਣਗੇ। ਮਗਰ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ ਔਰ ਮੈਂ ਅੱਜ ਵੀ, ਚਾਹੇ ਮੇਰੀ 31 ਤਰੀਕ ਨੂੰ ਵੱਡਾ ਫੈਸਲਾ ਜੋ ਆਵੇ ਸਿਰ ਮੱਥੇ ਪ੍ਰਵਾਨ ਹੈ। ਵੱਡਾ ਫੈਸਲਾ ਲੋਕਾਂ ਦੀ ਕਚਹਿਰੀ ਤੇ ਰੱਬ ਦੀ ਕਚਹਿਰੀ 'ਚ ਹੋਣਾ। ਹੁਣ ਮੈਂ ਆਪ ਦੇ ਕਾਗਜ਼ ਦਾਖਲ ਕਰਕੇ ਅੱਜ ਸਮੁੱਚੀ ਮਜੀਠੇ ਦੀ ਸੰਗਤ ਨੂੰ ਔਰ ਇਸ ਤੋਂ ਬਾਅਦ ਅੰਮ੍ਰਿਤਸਰ ਈਸਟ ਜਾ ਕੇ ਮੈਂ ਉੱਥੇ ਬੇਨਤੀ ਕਰਨੀ ਆ ਕਿ ਤੁਸੀਂ ਫੈਸਲਾ ਕਰਨਾ ਹੈ ਕਿ ਜਿਨ੍ਹਾਂ ਲੋਕਾਂ ਨੇ ਧੋਖਾ ਤੇ ਫਰਾਡ ਦੇ ਸਿਵਾਏ ਕੁਝ ਨਹੀਂ ਕੀਤਾ, ਕਾਹਦਾ ਪੰਜਾਬ ਮਾਡਲ ਹੈ ਤੁਹਾਡਾ? ਨਵਜੋਤ ਸਿੰਘ, ਅਸੀਂ ਤਾਂ ਇੱਕ ਸਰਕਾਰ ਹੰਢਾਈ ਹੈ, ਇਹ ਤਾਂ 4 ਦੀਆਂ ਸਰਕਾਰਾਂ ਹੰਢਾਉਣ ਡਿਆ। ਜਿਹੜਾ MP ਵੀ ਰਹਿ ਗਿਆ, ਚੀਫ ਪਾਰਲੀਮੈਂਟਰੀ ਸੈਕਟਰੀ ਵੀ ਰਹਿ ਗਿਆ, ਮਿਨਿਸਟਰ ਵੀ ਰਹਿ ਗਿਆ। 18 ਸਾਲ
ਪਿਛਲੇ ਇਹ ਸਰਕਾਰਾਂ 'ਚ ਰਹੇ ਆ। ਵਾਟ ਇਜ਼ ਇਟਸ ਅਚੀਵਮੈਂਟ? ਸਿਰਫ ਤੇ ਸਿਰਫ ਭਗੌੜਾ ਮਾਡਲ, ਧੋਖਾ ਮਾਡਲ, ਗੱਲੀ ਬਾਤੀ ਮਾਡਲ, ਫੇਲ ਮਾਡਲ, ਇਹ ਮਾਡਲ ਆ, ਕੱਲਾ ਹੋਰ ਕੁਝ ਨਹੀਂ ਹੈ। ਇਹਦੇ ਬਾਰੇ ਮਗਰ ਮੈਂ ਖੁੱਲ ਕੇ ਉੱਥੇ ਗੱਲ ਕਰੂੰਗਾ, ਕਿਉਂਕਿ ਇੱਥੇ ਠੋਕੋ ਥਾਲੀ ਦਾ ਮਤਲਬ ਪ੍ਰਚਾਰ ਦੀ ਕਮਾਨ ਕੌਣ ਸੰਭਾਲਣ ਜਾ ਰਿਹਾ? ਹਾਂਜੀ, ਹਲਕਾ ਮਜੀਠਾ ਚੋਣ ਪ੍ਰਚਾਰ ਦੀ ਕਮਾਨ ਉਮੀਦਵਾਰ ਕੌਣ ਗੁਰਨੀਤ ਕੌਰ ਸੰਭਾਲੂਗਾ? ਹੋਣਗੇ, ਤੁਹਾਡੇ ਧਰਮ ਪਤਨੀ ਹੋਣਗੇ ਜੀ। ਇਹ ਗੱਲ ਭਰਾਵਾ ਖੜ ਜਾ ਯਾਰ, ਕਾਲਾ ਨਾ ਪੈ। ਕਾਲੇ ਪੈਣ ਵਾਲਾ ਕੰਮ ਹੈ। ਉਹ ਨਹੀਂ ਪੈਣਾ ਚਾਹੀਦਾ। ਅਸੀਂ ਨਹੀਂ ਕਦੇ ਪਏ, ਇੰਨੀਆਂ ਪੰਗੇ ਪਏ ਹੋਏ ਆ, ਭੀੜਾਂ ਪਈਆਂ, ਅਸੀਂ ਤਾਂ ਮੌਜ 'ਚ ਫਿਰਦੇ ਆ, ਚੜ੍ਹਦੀ ਕਲਾ 'ਚ ਰਹੀਦਾ। ਸਿੰਘਾਂ ਦਾ ਕੰਮ ਆ ਗੱਜਣਾ ਵੱਜਣਾ, ਚੜ੍ਹਦੀ ਕਲਾ 'ਚ ਰਹਿਣਾ। ਹਾਂਜੀ, ਮੈਂ ਦੱਸਦਾ ਜੀ ਪ੍ਰਚਾਰ ਕੌਣ ਸੰਭਾਲੂਗਾ? ਪ੍ਰਚਾਰ ਸਾਂਭਣਗੇ ਆ 2 ਲੱਖ ਦੇ ਇੱਥੋਂ ਦੇ ਵੋਟਰ। ਪ੍ਰਚਾਰ ਪਿੰਡ ਪਿੰਡ ਪੈਰਾ ਇਹ ਲਾਉਣਗੇ, ਫੈਸਲਾ ਇਹ ਕਰਨਗੇ। ਐਮਐਲਏ ਵੀ ਦਾਸ ਇਹਨਾਂ ਦਾ, ਇਹ ਮੇਰੇ ਭਰਾ, ਇਹ ਮੇਰੇ ਭੈਣ, ਇਹ ਮੇਰੇ ਅੱਖ ਦੀਆਂ, ਇਹ ਮੇਰੇ ਤੁਸੀਂ ਸਮਝੋ ਇਹ ਚਾਨਣ ਮਨਾਰਾ ਨੇ, ਮੇਰਾ ਸਭ ਕੁਝ ਹੀ ਨੇ, ਅੱਖ ਦੇ ਤਾਰੇ ਨੇ। ਇਸ ਲਈ ਇਹਨਾਂ ਨੇ ਪ੍ਰਚਾਰ ਕਰਨਾ, ਇਹਨਾਂ ਨੇ ਪੈਰਾ ਲਾਉਣਾ, ਸਭ ਕੁਝ ਕਰਨਾ, ਖੁੱਲਾ ਛੱਡਤਾ। ਤੇ ਦਾਸ ਵੀ 2-3 ਅਪਲੀਆਂ ਟਪਲੀਆਂ ਛੱਡ ਦੋ।